शब्द कीर्तन श्रवण कीते। आओ मनोबिरतियाँ गुरु चरणां नाल जोड़ते होए गुरु चरणां विखे लवाइए हाजरियाँ। गुरु का बख्शिया फतेह का नारा करिए बुलंद उपरंत बाणी दी विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। आपे करता आपे भुगता बंधन तोड़े सदा है मुक्ता। आपे करता आपे भुगता बंधन तोड़े सदा है मुक्ता। सदा मुक्त आपे है सच्चा आपे अलख लखावणिया। सदा मुक्त आपे है सच्चा आपे अलख लखावणिया। वाहिगुरु ये पवित्र बचन तीसरे पातशाह निमाणियां दे मान निताणियां दे तान न्योटियां दी ओट सतगुरु धन धन श्री गुरु अमरदास महाराज जी दे उचारण कीते होए जो धन धन श्री गुरु ग्रंथ साहिब महाराज जी दे पवित्र अंग 125 उपर सुभाईमान हैं। पिछले 4 पदे आपां कल सरवण कीते सी। चौथे पदे भी सतगुरु कह रहे सी परमेश्वर की सिफत सलाह करदियां होइयां आपे करता आपे भुगता। वो परमेश्वर आप ही सृष्टि नूं करन वाला है जिसने एका माई जुगत ब्याई 3 चेले परवान। एक माया तो जुगती दे नाल ब्रह्मा विष्णु महेश पैदा कीते इन्हां दा करता बनिया। नमो सर्व करता नमो सर्व हरता। इन्हें आप ही ब्रह्मा की साजना की ते ब्रह्मा तो फिर साढ़े आ सारे शरीर बनाए 84 लाख जूनां दे। जड़ चेतन जड़ विच आ जाते हैं दरख्त पहाड़ आदि। चेतन विच आ जाते हैं पशु पंछी मनुख चुपाए आदि सारे। तो अकाल पुरख पहला करता बनिया कल्ला ही बैठा सीगा तो वो सृष्टि का करता बनिया हो जा ते उसने ब्रह्मा नूं पैदा किया ते ब्रह्मा दे राही फिर अपने शरीर तैयार कराए जिन्हां विच आपां रह रहे हैं। और इन्हां शरीरां दे विच फिर आप भी वड़ बैठा विच भोगण वाला बनिया। इन्हां शरीरां दे रसां कसां नूं पातशाह जी कहंदे भोगण वाला भी तू है करता भी तू है हरता भी मारन वाला शिव जी भी तू बन गया ते पालन वाला विष्णु वो भी तू बना दिता। इन्हां तिन्नां नूं बना करके इन्हां दी ड्यूटी ला दी ते पर सारियां विच करता भुगता सब तू है। जिस तरह कोई आप ही भोजन बनाउंदा है ते फिर आप ही खांदा है। सतगुरु पातशाह जी बख्शिश करते हैं पवित्र बाणी दे विच जिस तरह किसान बन के आप ही खेतीबाड़ी करता है फसल पैदा करता है फिर आप ही पीसै आपे कसै उन्हां दाणियां नूं पीसदा है।
ਸੁਆਣੀ ਦੇ ਰੂਪ ਦੇ ਵਿੱਚ, ਇਸਤਰੀ ਦੇ ਰੂਪ ਦੇ ਵਿੱਚ ਆਪ ਹੀ ਫਿਰ ਉਸ ਦਾਣੇ ਨੂੰ ਰੋਟੀ ਬਣਾ ਕਰਕੇ ਪਕਾਉਂਦਾ ਹੈ ਔਰ ਫਿਰ ਆਪ ਹੀ ਜੀਵਾਂ ਦੇ ਵਿੱਚ ਬੈਠ ਕੇ ਛਕਦਾ ਹੈ। ਜਿਸ ਤਰ੍ਹਾਂ ਅਸੀਂ ਪੰਜਾਂ ਪਿਆਰਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਹੋਏ ਭਾਵਨਾ ਕਰਦੇ ਹਾਂ ਕਿ ਅਸੀਂ ਗੁਰੂ ਨੂੰ ਛਕਾ ਰਹੇ ਹਾਂ, ਤਾਂ ਇੱਥੇ ਸਤਿਗੁਰੂ ਪਾਤਸ਼ਾਹ ਇਹੀ ਗੱਲ ਕਹਿ ਰਹੇ ਹਨ ਕਿ ਉਹ ਪਰਮੇਸ਼ਰ ਆਪੇ ਕਰਤਾ ਆਪੇ ਭੁਗਤਾ, ਉਹ ਆਪ ਹੀ ਸ੍ਰਿਸ਼ਟੀ ਦੇ ਇਹਨਾਂ ਬੰਧਨਾਂ ਵਿੱਚ ਵੜ ਗਿਆ, ਪਰ ਉਸ ਨੂੰ ਬੰਧਨ ਕੋਈ ਨਹੀਂ ਹੈ। ਉਹ ਫਸਿਆ ਹੋਇਆ ਨਹੀਂ, ਜਦੋਂ ਜੀਅ ਕਰਦਾ ਸਰੀਰ ਛੱਡ ਕੇ ਤੁਰ ਜਾਂਦਾ। ਬੰਧਨ ਦੇ ਵਿੱਚ ਸਾਡਾ ਜੀਵਾਤਮਾ ਫਸਿਆ ਹੋਇਆ, ਬੰਧਨ ਵਿੱਚ ਆਪਾਂ ਫਸੇ ਹੋਏ ਆ, ਉਹ ਬੰਧਨ ਵਿੱਚ ਨਹੀਂ ਹੈ। ਆਪਾਂ ਮੋਹ ਮਮਤਾ ਦੇ ਵਿੱਚ ਫਸੇ ਹੋਏ ਆ, ਪਰ ਇਹਨਾਂ ਸਰੀਰਾਂ ਵਿੱਚ ਉਹ ਆਪ ਵੀ ਰਹਿੰਦਾ ਹੈ। ਕਹਿੰਦੇ ਵਾਹ ਮਾਲਕਾ, ਤੂੰ ਬਹੁਤ ਕਮਾਲ ਦਾ ਹੈ, ਸਾਰਿਆਂ ਵਿੱਚ ਜੋਤ ਬਣ ਕੇ ਵਸਿਆ ਹੋਇਆ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਹੁਣ ਪੂਰਾ ਗੁਰੂ ਜਿਹੜਾ ਹੈ ਉਹ ਸਾਨੂੰ ਇਹ ਸ਼ਬਦ ਰਾਹੀਂ ਗਿਆਨ ਦੇ ਰਿਹਾ ਹੈ ਕਿ ਪ੍ਰਮਾਤਮਾ ਕਿਵੇਂ ਵਸਿਆ ਹੋਇਆ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਫੁਰਨਾ ਬਣਿਆ, ਕਿਸੇ ਵੇਲੇ ਇਕੱਲਾ ਹੀ ਬੈਠਾ ਸੀ, ਕੁਛ ਵੀ ਨਹੀਂ ਸੀਗਾ। ਜਿਵੇਂ ਮਾਰੂ ਰਾਗ ਵਿੱਚ ਬਖਸ਼ਿਸ਼ ਕਰਦੇ ਹਨ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏ ਨਾ। ਕੁਛ ਵੀ ਨਹੀਂ, ਨਾ ਦਿਨ ਨਾ ਰਾਤ, ਨਾ ਸੂਰਜ ਨਾ ਚੰਦਰਮਾ, ਆਪਣੇ ਆਪੇ ਵਿੱਚ ਸਮਾਇਆ ਹੋਇਆ ਸੀ। ਤੇ ਇੱਕ ਦਿਨ ਫੁਰਨਾ ਬਣਿਆ ਵੀ ਮੇਰੇ ਵਰਗੇ ਹੋਰ ਵੀ ਹੋਣ, ਤਾਂ ਉਸ ਫੁਰਨੇ ਦੇ ਮੁਤਾਬਕ ਆਵਾਜ਼ ਹੋਈ। ਸੈਂਸ ਕਹਿੰਦੀ ਆ ਖੜਕਾ ਹੋਇਆ, ਗੁਰੂ ਸਾਹਿਬ ਕਹਿੰਦੇ ਸ਼ਬਦ ਹੋਇਆ। ਕੀ ਸ਼ਬਦ ਹੋਇਆ? ਹੋ ਜਾ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਦਰਿਆ ਤੋਂ ਭਾਵ ਆਪਾਂ ਸਾਰੇ, ਉਦੋਂ ਪਾਣੀ ਬਣੇ ਆ, ਆਪਾਂ ਸਾਰੇ ਪਾਣੀ ਦੀ ਬੂੰਦ ਤੋਂ ਬਣੇ ਆ, ਤਾਂ ਆਪਾਂ ਸਾਰੇ ਦਰਿਆ ਹਾਂ, ਕਿਉਂ ਪਾਣੀ ਤੋਂ ਬਣੇ ਆ। ਤਾਂ ਅਕਾਲ ਪੁਰਖ ਨੇ ਪਹਿਲਾਂ ਆਪਣੇ ਤੋਂ ਹਵਾ ਤਿਆਰ ਕੀਤੀ, ਏਕਾ ਮਾਈ। ਉਹ ਹਵਾ ਠੰਡੀ ਹੋਈ, ਪਾਣੀ ਬਣ ਗਿਆ, ਉਸ ਤੋਂ ਬ੍ਰਹਮਾ ਬਣ ਗਿਆ। ਬ੍ਰਹਮਾ ਪਾਣੀ ਦਾ ਰੂਪ ਹੈ। ਤੇ ਬ੍ਰਹਮਾ ਜਿਹੜਾ ਸਾਡੇ ਸਰੀਰ ਬਣਾਉਂਦਾ ਹੈ, ਅਸੀਂ ਸਾਰੇ ਬਿੰਦ ਤੋਂ ਬਣੇ ਆ, ਪਾਣੀ ਤੋਂ ਬਣੇ ਆ, ਇਹ ਬ੍ਰਹਮਾ ਦੀ ਅੰਸ਼ ਹੈ। ਫਿਰ ਇਹ ਸਰੀਰ ਨੂੰ ਵਧਾਉਣਾ ਫਲਾਉਣਾ, ਬਚਪਨ ਤੋਂ ਵੱਡਾ ਕਰਨਾ, ਇਹ ਸਵਾਸ ਦਾ ਕੰਮ ਹੈ। ਤੇ ਉਹ ਵਿਸ਼ਨੂੰ ਬਣ ਕੇ, ਭਾਵ ਵਿਸ਼ਨੂੰ ਜਿਹੜਾ ਉਹ ਸਵਾਸ ਹਵਾ ਦਾ ਰੂਪ ਹੈ। ਵਿਸ਼ਨੂੰ ਕੋਈ ਆਕਾਰ ਨਹੀਂ ਹੈ, ਬ੍ਰਹਮਾ ਵੀ ਕੋਈ ਆਕਾਰ ਨਹੀਂ ਹੈ, ਸ਼ਿਵ ਵੀ ਕੋਈ ਆਕਾਰ ਨਹੀਂ ਹੈ। ਇਹ ਠੀਕ ਹੈ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋ ਹੈ ਤੇਤੀ, ਤੁਮਰਾ ਲੱਖਾ ਨਾ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰ। ਠੀਕ ਹੈ, ਜਿੰਨੀ ਕਿਸੇ ਦੀ ਬੁੱਧੀ ਸੀ ਉਹਨੇ ਉਹੇ ਜੀ ਰਚਨਾ ਰਚ ਲਈ। ਕਿਸੇ ਨੇ ਉਸ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਦੀਆਂ ਤਿੰਨ ਮੂਰਤੀਆਂ ਬਣਾ ਲਿਆ ਵੀ ਆਹ ਸੀਗੇ। ਅਸਲ ਗੁਰਮਤ ਅਤੇ ਸਾਇੰਸ ਇੱਕ ਗੱਲ 'ਤੇ ਸਹੀ ਚੱਲਦੀ ਹੈ ਕਿ ਉਹ ਅੱਗ ਪਾਣੀ ਅਤੇ ਹਵਾ ਹੈ, ਤਿੰਨ ਤੱਤ ਪੈਦਾ ਕੀਤੇ ਪਰਮੇਸ਼ਰ ਤੋਂ। ਸਾਚੇ ਤੇ ਪਵਨ ਭਇਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘੜ ਘੜ ਜੋਤ ਸਮੋਏ। ਗੱਲ ਕਲੀਅਰ ਹੋ ਗਈ। ਸਾਇੰਸ ਵੀ ਇਸ 'ਤੇ ਸਹੀ ਪਾਉਂਦੀ ਹੈ, ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ। ਅਕਾਲ ਪੁਰਖ ਤੋਂ ਹਵਾ ਬਣੀ, ਹਵਾ ਠੰਡੀ ਹੋ ਕੇ ਪਾਣੀ ਬਣਿਆ, ਪਾਣੀ ਧਰਤੀ 'ਤੇ ਵਰਿਆ, ਅਤੇ ਇਸ ਧਰਤੀ ਦੇ ਵਿੱਚੋਂ ਘਾਹ ਫੂਸ ਪੈਦਾ ਹੋਇਆ, ਘਾਹ ਫੂਸ ਇਕੱਠਾ ਹੁੰਦਾ ਗਿਆ, ਉਹਦੇ ਵਿੱਚ ਗਰਮੈਸ਼ ਪੈਦਾ ਹੋ ਗਈ, ਅੱਗ ਪੈਦਾ ਹੋ ਗਈ, ਉਹਦੇ ਵਿੱਚੋਂ ਕੀੜੇ ਪਤੰਗੇ ਮੱਛਰ ਆਦਿ ਇਹ ਪੈਦਾ ਹੋ ਗਏ। ਇਹ ਫਿਰ ਜਾਨਵਰ ਜਿਹੜੇ ਸਨ ਵੱਡੇ ਹੁੰਦੇ ਗਏ, ਹੌਲੀ ਹੌਲੀ ਇਹਨਾਂ ਤੋਂ ਪੰਛੀ ਬਣ ਗਏ। ਅਤੇ ਪੰਛੀਆਂ ਤੋਂ ਜਿਵੇਂ ਡਰੈਗਨ ਹੁੰਦਾ ਸੀ, ਇਹ ਪੰਛੀ ਵੀ ਸੀਗਾ ਅਤੇ ਪਸ਼ੂ ਵੀ ਸੀਗਾ, ਧਰਤੀ 'ਤੇ ਵੀ ਚੱਲ ਸਕਦਾ ਸੀ, ਉੱਡ ਵੀ ਸਕਦਾ ਸੀ। ਪੰਛੀਆਂ ਤੋਂ ਅੱਗੇ ਫਿਰ ਚੁਪਾਏ ਬਣ ਗਏ। ਉਹਨਾਂ ਚੁਪਾਇਆਂ ਦੇ ਵਿੱਚੋਂ ਇੱਕ ਮਨੁੱਖ ਹੈ, ਇਹ ਵੀ ਪਹਿਲਾਂ ਪਸ਼ੂ ਹੁੰਦਾ ਸੀ, ਕੋ ਸਤਨਾਮ ਸ੍ਰੀ।
ਜਿਹੜਾ ਅੱਜ ਦਾ ਰੂਪ ਹੈ ਸਾਡਾ। ਪਹਿਲਾਂ ਅਸੀਂ ਵੀ ਜੰਗਲਾਂ ਵਿੱਚ ਇੱਦਾਂ ਹੀ ਵਰਦੇ ਜਿਵੇਂ ਬਾਂਦਰ ਆਦਿ ਜਾਨਵਰ ਘੁੰਮਦੇ ਆ, ਜਿਵੇਂ ਪਸ਼ੂ ਘੁੰਮਦੇ ਆ, ਇੱਦਾਂ ਹੀ ਇਹ ਘੁੰਮਦਾ ਸੀ ਝੁੰਡਾਂ ਦੇ ਰੂਪ 'ਚ। ਹੌਲੀ ਹੌਲੀ ਇਹਨੂੰ ਅਕਲ ਆਈ, ਜਿਵੇਂ ਜਿਵੇਂ ਪਰਮੇਸ਼ਰ ਨੇ ਇਹਦੇ ਦਿਮਾਗ ਨੂੰ ਗਿਆਨ ਦਿੱਤਾ ਅਤੇ ਤਿਵੇਂ ਤਿਵੇਂ ਇਹਨੂੰ ਸੋਝੀ ਆਉਂਦੀ ਗਈ ਅਤੇ ਅੱਜ ਦਾ ਮਨੁੱਖ ਬਣ ਗਿਆ। ਖੈਰ, ਉਸ ਅਕਾਲ ਪੁਰਖ ਨੇ ਕਰਤਾ ਬਣ ਕੇ ਬ੍ਰਹਮਾ ਨੂੰ ਸਾਜਿਆ, ਬ੍ਰਹਮਾ ਤੋਂ ਸ੍ਰਿਸ਼ਟੀ ਬਣਵਾਈ, ਸ੍ਰਿਸ਼ਟੀ ਦੇ ਵਿੱਚ ਆਪੇ ਵੜ ਬੈਠਾ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਉਹ ਬੰਧਨ ਵਿੱਚ ਨਹੀਂ ਹੈ, ਉਹ ਤਾਂ ਸਾਡੇ ਬੰਧਨ ਤੋੜਨ ਯੋਗ ਹੈ। ਉਹ ਤਾਂ ਸਾਡੇ ਜੀਵ ਆਤਮੇ ਨੂੰ ਆਪਦੇ ਨਾਲ ਜੋੜ ਕੇ ਸਾਨੂੰ ਵੀ ਟੇਢੀਆਂ ਜੂਨਾਂ ਵਿੱਚ ਲਿਜਾਣ ਦੇ ਕਾਬਲ ਹੈ। ਇਸ ਕਰਕੇ ਉਹ ਕਿਸੇ ਦਾ ਬੰਨਿਆ ਹੋਇਆ ਨਹੀਂ, ਸਾਰੀ ਦੁਨੀਆ ਉਹਦੀ ਬੰਨੀ ਖੜੀ ਹੈ। ਮੇਰੀ ਬੰਦੀ ਭਗਤ ਛੁਡਾਵੇ, ਅਤੇ ਬੰਨੀ ਹੋਈ ਦੁਨੀਆ ਨੂੰ ਭਗਤਾਂ ਦੇ ਰੂਪ ਵਿੱਚ ਆ ਕੇ ਮੁਕਤ ਵੀ ਦਿੰਦਾ ਹੈ, ਛੁਡਾ ਵੀ ਦਿੰਦਾ ਹੈ। ਗੁਰੂਆਂ ਦੇ ਰੂਪ ਵਿੱਚ, ਭਗਤਾਂ ਦੇ ਰੂਪ ਵਿੱਚ ਆ ਕੇ ਮੁਕਤੀ ਵੀ ਕਰਾਉਂਦਾ ਹੈ। ਉੱਥੇ ਵੀ ਆਪਣੀ ਕਲਾ ਵਰਤਾਉਂਦਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪਰਮੇਸ਼ਰ ਆਪਣੇ ਪਿਆਰਿਆਂ ਦੀ ਰਸਨਾ 'ਤੇ ਵਸਦਾ ਹੈ। ਸਾਧ ਜੇ ਬੋਲੇ ਸਹਿ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਕਰਨਾ ਤਾਂ ਪਰਮੇਸ਼ਰ ਨੇ ਹੁੰਦਾ ਹੈ, ਬੁਲਾਉਂਦਾ ਹੈ ਗੁਰੂਆਂ ਦੇ ਵਿੱਚੋਂ। ਜੋ ਪਰਮੇਸ਼ਰ ਨੇ ਕਰਨਾ ਹੁੰਦਾ ਉਹਦੇ ਪਿਆਰੇ ਕਹਿ ਦਿੰਦੇ ਆ, ਉਹ ਹੋ ਜਾਂਦਾ। ਇਸ ਕਰਕੇ ਸਤਿਗੁਰ ਨੂੰ ਆਪਣੀ ਵਡਿਆਈ ਭਾਮਦੇ, ਗੁਰਸਿੱਖਾਂ ਕੀ ਜੈਕਾਰ ਕਰਾਵੇ। ਗੁਰੂ ਪਰਮੇਸ਼ਰ ਜਿਹੜਾ ਹੈ ਆਪਦੀ ਵਡਿਆਈ ਕਰਾਉਣ ਵਾਸਤੇ ਆਪਣੇ ਪਿਆਰਿਆਂ ਨੂੰ ਵਡਿਆਈ ਬਖਸ਼ਦਾ। ਉਹਨਾਂ ਦੇ ਬਚਨਾਂ ਰਾਹੀਂ ਸਭ ਕੁਝ ਹੋਣ ਲੱਗ ਜਾਂਦਾ। ਕਰਦਾ ਉਹ ਆਪ ਹੈ, ਆਪੇ ਕਰਤਾ ਆਪੇ ਭੁਗਤਾ। ਜਿਸ ਤਰ੍ਹਾਂ ਨਾਮਦੇਵ ਜੀ ਇੱਕ ਰਸਤੇ 'ਤੇ ਬੈਠੇ ਭਜਨ ਕਰ ਰਹੇ ਆ ਅਤੇ ਉੱਥੋਂ ਇੱਕ ਮੁਰਦਾ ਲੈ ਕੇ ਜਾ ਰਹੇ ਆ ਲੋਕ। ਉਹਨਾਂ ਸਮਿਆਂ ਵਿੱਚ ਸਤੀ ਦੀ ਰਸਮ ਚੱਲਦੀ ਸੀ। ਅੱਗੇ ਅੱਗੇ ਮਨੁੱਖ ਜਾ ਰਹੇ ਆ ਮੁਰਦੇ ਨੂੰ ਚੱਕ ਕੇ, ਪਿੱਛੇ ਪਿੱਛੇ ਉਹਨਾਂ ਦੇ ਇਸਤਰੀਆਂ ਜਾ ਰਹੀਆਂ। ਉਹਨਾਂ ਇਸਤਰੀਆਂ ਵਿੱਚ ਇੱਕ ਇਸਤਰੀ ਉਸ ਮਰਨ ਵਾਲੇ ਦੀ ਪਤਨੀ ਹੈ, ਜਿਹੜੀ ਉਹਦੇ ਨਾਲ ਸਤੀ ਹੋਣ ਵਾਸਤੇ ਜਾ ਰਹੀ ਹੈ, ਉਹਦੇ ਨਾਲ ਮੱਚਣ ਵਾਸਤੇ ਜਾ ਰਹੀ ਹੈ। ਗੁਰੂ ਪਿਆਰਿਓ, ਜਾਂਦਿਆਂ ਉਸ ਬੀਬੀ ਨੇ ਦੇਖਿਆ ਵੀ ਭਗਤ ਜੀ ਬੈਠੇ ਆ, ਚਲੋ ਨਮਸਕਾਰ ਹੀ ਕਰ ਲਈਏ, ਜਾਂਦੇ ਜਾਂਦੇ ਖਬਰਾਂ ਭਲਾ ਹੋ ਜੇ। ਉਸ ਬੀਬੀ ਨੇ ਨਮਸਕਾਰ ਕੀਤੀ ਤੇ ਭਗਤ ਜੀ ਨੇ ਸਹਿਜ ਸੁਭਾਏ ਬਚਨ ਕਰਤਾ, ਸੁਹਾਗਵੰਤੀ ਹੋ, ਲੰਬੀ ਉਮਰ ਹੋਵੇ, ਜੁਗ ਜੁਗ ਜੀਓ, ਜਿਵੇਂ ਆਪਾਂ ਕਹਿ ਦਿੰਦੇ ਹਾਂ। ਉਹ ਬੀਬੀ ਕੋ ਸਿਆਣੀ ਸੀ, ਕਹਿਣ ਲੱਗੀ, ਮਹਾਰਾਜ ਇਹ ਕੀ ਕਹਿਤਾ? ਭਗਤਾਂ ਦੇ ਬਚਨ ਤਾਂ ਸੱਤ ਹੁੰਦੇ ਆ, ਤੇ ਤੁਸੀਂ ਬਚਨ ਕਰਤਾ ਸੁਹਾਗਵੰਤੀ ਹੋਵੋ, ਮੇਰਾ ਤਾਂ ਸੁਹਾਗ ਮਰ ਗਿਆ। ਉਹ ਚੱਕੀ ਜਾਂਦੇ ਆ ਸੰਸਕਾਰ ਵਾਸਤੇ। ਜੁਗ ਜੁਗ ਮੈਂ ਕਿਵੇਂ ਜੀਵਾਂਗੀ, ਮੇਰੀ ਕਿਵੇਂ ਲੰਬੀ ਉਮਰ ਹੋਵੇਗੀ, ਕਿਉਂਕਿ ਮੈਂ ਤਾਂ ਉਹਨੂੰ ਮੱਚਣ ਚੱਲੀ ਆ, ਸੰਸਕਾਰ ਸਤੀ ਹੋਣ ਚੱਲੀ ਆ। ਕਹਿੰਦੇ ਭਗਤ ਜੀ ਇਹ ਬਚਨ ਸੁਣ ਕੇ ਫਿਰ ਧਿਆਨ ਜੋੜਦੇ ਆ ਅਤੇ ਅਰਦਾਸ ਕਰਦੇ, ਮਹਾਰਾਜ ਮੈਥੋਂ ਗਲਤੀ ਹੋ ਗਈ, ਮੈਂ ਤੁਹਾਡੇ ਕੰਮ ਦੇ ਵਿੱਚ ਵਿਘਨ ਪਾ ਬੈਠਾ। ਅੰਦਰੋਂ ਆਵਾਜ਼ ਆਈ, ਨਹੀਂ ਭਗਤਾ, ਇਹ ਤੈਥੋਂ ਮੈਂ ਹੀ ਕਹਾਇਆ, ਆਪੇ ਕਰਤਾ ਆਪੇ ਭੁਗਤਾ, ਇਹ ਮੈਂ ਹੀ ਅਖਵਾਇਆ ਤੇਰੇ ਕੋਲੋਂ। ਜਾ ਆਪਣੇ ਗੜਵੇ ਵਾਲਾ ਜਲ ਛਿੜਕਦੇ ਉਸ ਬੱਚੇ ਤੇ ਮਰੇ ਹੋਏ ਦੇ, ਉਹ ਜਿਉਂਦਾ ਹੋ ਜਾਊਗਾ। ਕਹੋ ਸਤਨਾਮ ਸੀ। ਅੰਦਰੋਂ ਫੁਰਨਾ ਆਇਆ, ਆਵਾਜ਼ ਆਈ, ਉੱਠੇ, ਗੜਵਾ ਚੱਕਿਆ, ਬੀਬੀ ਦੇ ਨਾਲ ਤੁਰ ਪਏ, ਜਿੱਥੇ ਲਿਜਾ ਕਰਕੇ ਉਹਨਾਂ ਨੇ ਲੜਕਾ ਚਿਖਾ 'ਤੇ ਰੱਖ ਦਿੱਤਾ ਸੀਗਾ। ਅੱਗ ਲਾਉਣ ਵਾਸਤੇ ਉਡੀਕ ਰਹੇ ਸੀ ਉਸ ਲੜਕੀ ਨੂੰ ਜਿਹਨੇ ਉਹਦੇ ਨਾਲ ਮੱਚਣਾ। ਇਹ ਬ੍ਰਾਹਮਣਾਂ ਨੇ, ਕਰਮਕਾਂਡੀਆਂ ਨੇ ਕਰਮਕਾਂਡ ਬਣਾਏ ਹੋਏ ਸੀ ਪੁਰਾਣੇ ਸਮਿਆਂ ਦੇ ਵਿੱਚ, ਆਪਣੇ ਸਵਾਰਥ ਪਤਾ ਨਹੀਂ ਕਿਵੇਂ ਪੂਰੇ ਕਰਨ ਵਾਸਤੇ। ਕਈ ਇਸਤਰੀਆਂ ਨੂੰ ਧੱਕੇ ਨਾਲ ਸਾੜ ਦਿੱਤਾ ਜਾਂਦਾ, ਕਈ ਇਸ ਭੁਲੇਖੇ ਵਿੱਚ ਕਿ ਗਾਂਹ ਅਸੀਂ ਫਿਰ ਪਤੀ ਪਤਨੀ ਇਕੱਠੇ ਹੋ ਜਾਵਾਂਗੇ, ਮਰਨ ਤੋਂ ਬਾਅਦ ਉਹ ਮੱਚ ਜਾਂਦੀਆਂ। ਇਹ ਸਤੀ ਦੀ ਰਸਮ ਨੂੰ ਗੁਰੂਆਂ ਨੇ, ਭਗਤਾਂ ਨੇ ਰਲ ਕਰਕੇ ਬੜਾ ਜ਼ੋਰ ਲਾ ਕੇ ਬੰਦ ਕੀਤਾ, ਬਲਕਿ ਰਾਜੇ ਅਕਬਰ ਤੋਂ ਕਾਨੂੰਨ ਬਣਵਾਇਆ ਵੀ ਅੱਜ ਤੋਂ ਬਾਅਦ ਕੋਈ ਇਸਤਰੀ ਸਤੀ ਨਹੀਂ ਹੋਊਗੀ ਮੁਰਦੇ ਪਤੀ ਨਾਲ। ਇਹ ਝੂਠ ਹੈ, ਪਖੰਡ ਹੈ, ਖਤਮ ਕਰੋ ਇਹ ਰੀਤੀ ਰਿਵਾਜ। ਭਗਤਾਂ ਨੇ ਬੜਾ ਜਦੋਜਹਿਦ ਕੀਤੀ। ਗੁਰੂ ਅਮਰਦਾਸ ਜੀ ਨੇ ਆਪਣੇ ਸਮਕਾਲੀ ਰਾਜੇ ਤੋਂ ਕਾਨੂੰਨ ਬਣਾਇਆ ਵੀ ਕਾਨੂੰਨ ਬਣਾ ਵੀ ਜੇ ਕੋਈ ਜਿਉਂਦੀ ਇਸਤਰੀ ਨੂੰ
ਮੁਰਦਾ ਪਤੀ ਨਾਲ ਸਾੜਨ ਦੇ ਵਿੱਚ ਸ਼ਾਮਲ ਹੋਵੇਗਾ, ਉਹਨੂੰ ਵੀ ਅੱਗ ਵਿੱਚ ਪਾਇਆ ਜਾਊਗਾ। ਫਿਰ ਜਾ ਕੇ ਸਤੀ ਰਸਮ ਬੰਦ ਹੋਈ ਆ। ਤੇ ਭਗਤ ਜੀ ਨੇ ਜਿਸ ਵੇਲੇ ਉਹ ਬੱਚੇ ਉੱਤੇ ਜਾ ਕੇ ਆਪਣਾ ਜਲ ਛਿੜਕਿਆ, ਉਹ ਜਿਉਂਦਾ ਹੋ ਗਿਆ ਤੇ ਭਗਤ ਜੀ ਦੀ ਮਹਿਮਾ ਵੱਧ ਗਈ। ਪਰ ਇਹਦੇ ਪਿੱਛੇ ਕੰਮ ਪਰਮੇਸ਼ਰ ਦਾ ਹੀ ਆ। ਉਹਨੇ ਸਤੀ ਦੀਆਂ ਰਸਮਾਂ, ਇਹ ਪੁੱਠੀਆਂ ਸਿੱਧੀਆਂ ਰਸਮਾਂ ਬੰਦ ਵੀ ਤਾਂ ਕਰਾਉਣੀਆਂ ਸੀ ਨਾ। ਇਸ ਕਰਕੇ ਆਪੇ ਕਰਤਾ ਆਪੇ ਭੁਗਤਾ, ਉਹ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਉਹਨੇ ਆਪ ਹੀ ਬ੍ਰਹਮਾ ਨੂੰ ਬਣਾਇਆ, ਵਿਸ਼ਨੂੰ ਨੂੰ ਬਣਾਇਆ, ਸ਼ਿਵ ਨੂੰ ਬਣਾਇਆ। ਵੈਸੇ ਗੁਰਮਤ ਇਸ ਨੂੰ ਅੱਗ, ਪਾਣੀ ਤੇ ਹਵਾ ਕਹਿੰਦੀ ਆ। ਉਹਨੇ ਆਪਣੇ ਆਪ ਤੋਂ ਹਵਾ ਤਿਆਰ ਕੀਤੀ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਉਹ ਤੋਂ ਫਿਰ ਤਿੰਨ ਤੱਤ ਪੈਦਾ ਕੀਤੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਸੰਸਾਰ ਨੂੰ ਬਣਾਉਣ ਵਾਲਾ, ਇੱਕ ਪਾਲਣ ਵਾਲਾ, ਇੱਕ ਮਾਰਨ ਵਾਲਾ। ਪਰ ਇਹਨਾਂ ਤਿੰਨਾਂ ਦੇ ਵਿੱਚ ਹੁਕਮ ਪਰਮੇਸ਼ਰ ਦਾ ਚੱਲਦਾ। ਹੁਕਮ ਹੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਬੇਪਰਵਾਹ। ਇਹਨਾਂ ਤਿੰਨਾਂ ਦੇ ਵਿੱਚ ਹੁਕਮ ਉਹਦਾ ਚੱਲਦਾ। ਜਿਵੇਂ ਰਾਜਾ ਜਨਕ ਕਹਿੰਦਾ ਹੈ ਧਰਮਰਾਜ ਨੂੰ, ਬਈ ਛੱਡ ਦੇ ਸਾਰੇ ਨਰਕ ਦੇ ਜੀਵਾਂ ਨੂੰ, ਆਜ਼ਾਦ ਕਰ ਦੇ, ਮੁਕਤ ਕਰ ਦੇ। ਉਹ ਕਹਿਣ ਲੱਗਿਆ ਮੈਂ ਵੀ ਕਿਸੇ ਦੇ ਹੁਕਮ 'ਚ ਬੱਝਿਆ ਹੋਇਆ, ਇਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ, ਨਾਮ ਨਹੀਂ ਜਪਦੇ, ਇਹਨਾਂ ਨੇ ਭਜਨ ਨਹੀਂ ਕੀਤਾ, ਇਹ ਮੁਕਤੀ ਮੈਂ ਕਿਵੇਂ ਕਰ ਦੇਵਾਂ। ਤੇ ਭਗਤ ਰਾਜਾ ਜਨਕ ਕਹਿਣ ਲੱਗਿਆ ਜਾ ਆਪਣੇ ਮਾਲਕ ਨੂੰ ਪੁੱਛਿਆ, ਜੇ ਉਹ ਕਹੇ ਤੇ ਫਿਰ ਕਰ ਦੇ। ਕਹਿੰਦੇ ਧਰਮਰਾਜ ਨੇ ਪਰਮੇਸ਼ਰ ਨੂੰ ਪੁੱਛਿਆ, ਮਹਾਰਾਜ ਤੁਹਾਡਾ ਇੱਕ ਭਗਤ ਆ ਗਿਆ ਨਰਕਾਂ ਵਾਲੇ ਪਾਸੇ ਆਪੇ ਹੀ, ਔਰ ਹੁਣ ਉਹ ਕਹਿੰਦਾ ਸਾਰੇ ਜੀਵਾਂ ਦੀ ਬੰਦ ਖਲਾਸੀ ਕਰੋ, ਮੈਂ ਕੀ ਕਰਾਂ ਹੁਣ। ਪਰਮੇਸ਼ਰ ਕਹਿੰਦੇ ਫਿਰ ਛੱਡ ਦੇ ਭਾਈ ਜੀ। ਉਹ ਕਹਿੰਦਾ ਤਾਂ ਮੇਰੀ ਬੰਦੀ ਭਗਤ ਛਡਾਵੇ, ਬੰਦ ਹੈ ਭਗਤ ਨਾ ਛੂਟੈ ਮੋਹੇ। ਬੰਧਨ ਤੋੜੇ ਸਦਾ ਹੈ ਮੁਕਤਾ, ਪਰਮੇਸ਼ਰ ਬੰਧਨ ਵਿੱਚ ਨਹੀਂ ਹੈ। ਹਾਂ ਪਿਆਰ ਦੇ ਵਿੱਚ ਬੱਝਿਆ ਖੜ ਜਾਂਦਾ ਹੈ, ਕਿਸੇ ਦਾ ਬੰਨਿਆ ਹੋਇਆ ਨਹੀਂ ਖੜਦਾ, ਭਗਤਾਂ ਦਾ ਬੰਨਿਆ ਖੜਾ ਹੈ। ਤਾਂ ਧਰਮਰਾਜ ਨੂੰ ਫਿਰ ਪਰਮੇਸ਼ਰ ਨੇ ਕਹਿੰਦਾ ਜਾ ਛੱਡ ਦੇ ਉਹਨਾਂ ਨੂੰ, ਅੱਗੇ ਸਮਾਂ ਆਵੇਗਾ ਐਸਾ, ਇਹ 18 ਕੀ 36 ਕੁੰਭ ਨਰਕ ਭਰੇ ਜਾਣਗੇ। ਤੋ ਖੈਰ ਇਸ ਤਰ੍ਹਾਂ ਉਹ ਪਰਮੇਸ਼ਰ ਜਿਹੜਾ ਹੈ ਪਿਆਰਿਆਂ ਦੇ ਪਿਆਰ ਵਿੱਚ ਬੱਝਿਆ ਹੋਇਆ। ਆਪੇ ਕਰਤਾ ਆਪੇ ਭੁਗਤਾ, ਉਹਨੇ ਆਪ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਬਣਾਏ, ਇਹਨਾਂ ਦੇ ਰਾਹੀਂ ਸ੍ਰਿਸ਼ਟੀ ਬਣਾਈ ਤੇ ਸ੍ਰਿਸ਼ਟੀ ਵਿੱਚ ਆਪੇ ਵੜ ਬੈਠਾ। ਬੰਧਨ ਤੋੜੇ ਸਦਾ ਹੈ ਮੁਕਤਾ, ਜਿਨ੍ਹਾਂ ਤੇ ਉਹਦੀ ਦਇਆ ਦ੍ਰਿਸ਼ਟੀ ਹੁੰਦੀ ਆ ਉਹਨਾਂ ਦੇ ਬੰਧਨ ਤੋੜ ਕੇ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਸਦਾ ਮੁਕਤ ਆਪੇ ਹੈ ਸੱਚਾ, ਉਹ ਆਪ ਮੁਕਤ ਹੈ, ਸੱਚਾ ਹੈ, ਆਪੇ ਅਲਖ ਲਖਾਵਣਿਆ। ਸਾਡੀ ਮਰਜ਼ੀ ਨਾਲ ਉਹ ਨਹੀਂ ਦਿਸਦਾ, ਸਾਡੇ ਇੰਦਰੀਆਂ ਦੀ ਪਹੁੰਚ ਨਹੀਂ ਹੈ, ਉਹ ਅਗੰਮ ਅਗੋਚਰ ਹੈ। ਭਾਵ ਇਸ ਬੁੱਧੀ ਤੋਂ, ਇਸ ਅੰਤਸ਼ਕਰਨ ਤੋਂ, ਮਨ ਬੁੱਧ ਚਿੱਤ ਹੰਕਾਰ, ਇਹਨਾਂ ਪੰਜਾਂ ਚਾਰਾਂ ਤੋਂ ਪਰੇ ਹੈ। ਜਿੱਥੇ ਸਾਡਾ ਹੱਥ ਪੈਰ, ਸਾਡੀ ਅੱਖ, ਸਾਡੀ ਨਿਗਾਹ ਨਹੀਂ ਪਹੁੰਚਦੀ, ਸਾਡੀ ਸੁਰਤ ਵੀ ਨਹੀਂ ਪਹੁੰਚਦੀ, ਫਿਰ ਉਹਨੂੰ ਜਾਣਿਆ ਕਿਵੇਂ ਗਿਆ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਿਵੇਂ ਜਾਣਿਆ। ਪਾਤਸ਼ਾਹ ਕਹਿੰਦੇ ਉਹਨੇ ਆਪ ਹੀ ਜਨਾਇਆ। ਜਿਸੈ ਜਨਾਏ ਸੋ ਜਨ ਜਾਣੈ, ਨਾਨਕ ਹਰ ਗੁਣ ਆਖ ਵਖਾਣੈ। ਆਪੇ ਅਲਖ ਲਖਾਵਣਿਆ, ਉਹ ਆਪ ਹੀ ਜਨਾਉਣ ਵਾਲਾ। ਅਗਲੇ ਪਦੇ ਵਿੱਚ ਕਹਿੰਦੇ ਆਪੇ ਮਾਇਆ ਆਪੇ ਛਾਇਆ। ਮਾਇਆ ਆਪਾਂ ਸਾਰੇ, ਸਾਡੇ ਸਰੀਰਾਂ ਦੀ ਮਾਇਆ, ਇਹ ਸਰੀਰ ਮਾਇਆ ਹੈ, ਔਰ ਛਾਂ ਇਹਨਾਂ ਸਰੀਰਾਂ ਦੀ ਬਣਦੀ ਹੈ ਜਿਵੇਂ। ਤੇ ਪਰਛਾਵਾਂ ਜਿਹੜਾ ਉਹ ਸਰੀਰ ਤੋਂ ਅਲੱਗ ਨਹੀਂ ਹੋ ਸਕਦਾ ਕਦੇ ਵੀ। ਕਹੋ ਸਤਨਾਮ, ਸਰੀਰ ਦਾ ਪਰਛਾਵਾਂ ਬਣੂ ਤੇ ਜਿੱਧਰ ਸਰੀਰ ਜਾਊਗਾ ਪਰਛਾਵਾਂ ਵੀ ਉੱਧਰ ਜਾਊਗਾ। ਇਸੇ ਤਰ੍ਹਾਂ ਹੀ ਇਹ ਸ੍ਰਿਸ਼ਟੀ ਜਿਹੜੀ ਹੈ ਮਾਇਆ ਹੈ, ਪਰਮੇਸ਼ਰ ਦੀ ਸਾਜੀ ਹੋਈ, ਤੇ ਪਰਮੇਸ਼ਰ ਇਹਦੇ ਨਾਲ ਛਾਂ ਵਾਂਗੂ ਤੁਰਿਆ ਫਿਰਦਾ। ਜਿਵੇਂ ਛਾਂ ਤੋਂ ਬਗੈਰ ਸਰੀਰ ਨਹੀਂ ਤੇ ਸਰੀਰ ਤੋਂ ਬਗੈਰ ਛਾਂ ਨਹੀਂ, ਉਸੇ ਤਰ੍ਹਾਂ ਹੀ ਪਰਮੇਸ਼ਰ ਤੋਂ ਬਗੈਰ ਸ੍ਰਿਸ਼ਟੀ ਨਹੀਂ, ਸ੍ਰਿਸ਼ਟੀ ਤੋਂ ਬਗੈਰ ਪਰਮੇਸ਼ਰ ਨਹੀਂ ਦਿਸਦਾ। ਕਹੋ ਸਤਨਾਮ ਸ੍ਰੀ। ਆਪੇ ਮਾਇਆ ਆਪੇ ਛਾਇਆ, ਉਸ ਅਕਾਲ ਪੁਰਖ ਨੇ ਸ੍ਰਿਸ਼ਟੀ ਨੂੰ ਬਣਾਇਆ ਬ੍ਰਹਮਾ ਦੇ ਰਾਹੀਂ। ਫਿਰ ਜੀਵਾਂ ਉੱਤੇ ਮਾਇਆ ਪਾ ਦਿੱਤੀ, ਇਸਤਰੀ ਪੁਰਖਾਂ ਦਾ ਮੋਹ ਪੈਦਾ ਕਰ ਦਿੱਤਾ। ਫਿਰ ਇਹਨਾਂ ਤੋਂ ਅੱਗੇ ਬੱਚੇ ਪੈਦਾ ਕਰਤੇ, ਬੱਚਿਆਂ ਦਾ ਮੋਹ ਪੈਦਾ ਕਰ ਦਿੱਤਾ।
ਆਪੇ ਮੋਹ ਸਭ ਜਗਤੀ ਉਪਾਇਆ। ਇਹ ਮੋਹ ਦੇ ਨਾਲ ਹੀ ਆਪਾਂ ਭੱਜੇ ਫਿਰਦੇ ਆ, ਸਾਰੇ ਕੰਮ ਕਰਦੇ ਆ, ਬੱਚਿਆਂ ਦੇ ਮੋਹ ਵਿੱਚ ਹੀ ਡਿਊਟੀਆਂ ਨੌਕਰੀਆਂ ਕਰਦੇ ਆ, ਦਿਹਾੜੀਆਂ ਕਰਦੇ ਆ। ਐਸਾ ਅਕਾਲ ਪੁਰਖ ਨੇ ਸ੍ਰਿਸ਼ਟੀ ਦਾ ਇੱਕ ਦੂਜੇ ਨਾਲ ਕਨੈਕਟ ਕੀਤਾ, ਮੋਹ ਬਣਾਇਆ। ਇਸ ਮੋਹ ਦੇ ਨਾਲ ਇਹ ਦੁਨੀਆ ਅੱਗੇ ਤੋਂ ਅੱਗੇ ਆਪੇ ਪੈਦਾ ਹੋਈ ਜਾਂਦੀ ਆ। ਹੁਣ ਆਪੇ ਗੁਣ ਦਾਤਾ ਗੁਣ ਗਾਵੇ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ, ਗੁਣਾਂ ਦਾ ਖਜ਼ਾਨਾ, ਸਰੀਰਾਂ ਵਿੱਚ ਬੈਠ ਕੇ ਆਪਦੇ ਗੁਣ ਆਪੇ ਹੀ ਗਾ ਰਿਹਾ ਹੈ। ਬਾਣੀ ਆਪਾਂ ਪੜ੍ਹ ਰਹੇ ਆ ਨਾ, ਬਾਣੀ ਆਪਾਂ ਗਾਉਣੇ ਆ, ਸਿਮਰਨ ਆਪਾਂ ਕਰਦੇ ਆ। ਕਹਿੰਦੇ ਇਹ ਵੀ ਪਰਮੇਸ਼ਰ ਦੀ ਖੇਡ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਇੱਕ ਪਾਸੇ ਉਹ ਨਿਰਗੁਣ ਸੀ ਜਿਹਦਾ ਕਦੇ ਕੋਈ ਰੰਗ ਰੂਪ ਨਹੀਂ ਸੀਗਾ। ਸਮਾਂ ਆਇਆ ਤੇ ਉਹਨੇ ਸਰੀਰ ਧਾਰਨ ਕਰ ਲਏ, ਸਰਗੁਣ ਹੋ ਗਿਆ। ਸਰਗੁਣ ਹੋ ਗਿਆ ਤੇ ਫਿਰ ਸ੍ਰਿਸ਼ਟੀ ਦੇ ਵਿੱਚ ਉਹ ਨਿਰਗੁਣ ਸਰਗੁਣ ਸਰੂਪ ਗੁਰੂ ਨਾਨਕ ਦੇ ਰੂਪ 'ਚ ਆ ਗਿਆ। ਗੁਰੂ ਨਾਨਕ ਦੇ ਰੂਪ ਦੇ ਵਿੱਚ ਉਹ ਬਾਣੀ ਉਚਾਰਨ ਲੱਗਿਆ। ਹੁਣ ਗੁਰੂ ਨਾਨਕ ਨੂੰ ਅਸੀਂ ਪਰਮੇਸ਼ਰ ਕਹਿੰਦੇ ਆ ਨਾ, ਤੇ ਗੁਰੂ ਨਾਨਕ ਜੀ ਨੇ 10 ਜਾਮਿਆਂ ਵਿੱਚ ਵਿਚਰ ਕੇ ਇਹ ਬਾਣੀ ਉਤਾਰਨ ਕੀਤੀ, ਉਚਾਰਨ ਕੀਤੀ, ਥੱਲੇ ਉਤਾਰੀ। ਇਹ ਬਾਣੀ ਹੈ ਕਿਹਦੀ? ਪਰਮੇਸ਼ਰ ਦੀ ਸਿਫਤ ਸਲਾਹ। ਲਿਖੀ ਕਿਹਨੇ ਆ? ਪਰਮੇਸ਼ਰ ਨੇ ਹੀ, ਗੁਰੂ ਨਾਨਕ ਬਣ ਕੇ। ਕਹੋ ਸਤਨਾਮ ਸਿੰਘ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਨਾ ਆਪ। ਆਪਨ ਕੀਆ ਨਾਨਕਾ। ਆਪੇ ਹੀ ਫਿਰ ਜਾਪ। ਆਪਣੇ ਆਪ ਨੂੰ ਆਪ ਪੈਦਾ ਕਰਕੇ ਆਪਦੀ ਸਿਫਤ ਆਪੇ ਕਰਨ ਲੱਗ ਪਿਆ। ਉੱਥੇ ਜਦ ਕਬੀਰ ਸਾਹਿਬ ਜੀ ਦੀ ਅਵਸਥਾ ਪਹੁੰਚੀ ਤੇ ਉਹ ਲਿਖਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਤੂੰ ਕਰਤੇ ਤੂੰ ਭਇਆ। ਹੁਣ ਜੇ ਕੋਈ ਮੈਨੂੰ ਕਬੀਰ ਕਹਿ ਕੇ ਆਵਾਜ਼ ਮਾਰੇ ਤੇ ਸ਼ਾਇਦ ਮੈਨੂੰ ਪਤਾ ਹੀ ਨਾ ਲੱਗੇ, ਕਿਉਂਕਿ ਕਬੀਰ ਵੀ ਖਤਮ ਹੋ ਗਿਆ। ਭਾਵ ਉਹ ਜਿਹੜਾ ਮਾਨ ਸੀ, ਹੰਕਾਰ ਸੀ ਕਿ ਮੈਂ ਕਬੀਰ ਹਾਂ, ਉਹ ਖਤਮ ਹੀ ਹੋ ਗਿਆ। ਤੂੰ ਕਰਤੇ ਤੂੰ ਭਇਆ, ਮੁਝ ਮੇ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਜਦੋਂ ਆਪਣਾ ਬਗਾਨਾ ਖਤਮ ਹੋ ਗਿਆ, ਫਿਰ ਉਹ ਦਿਖਾਈ ਦੇਣ ਲੱਗਿਆ। ਫਿਰ ਉਹ ਪਸ਼ੂਆਂ ਪੰਛੀਆਂ ਵਿੱਚ ਵੀ ਦਿਖਾਈ ਦੇਣ ਲੱਗਿਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪ੍ਰੀਤਮ ਜੀ ਕਹਿੰਦੇ, ਆਪੇ ਮਾਇਆ ਆਪੇ ਛਾਇਆ। ਇਹ ਜਿਹੜੀ ਸ੍ਰਿਸ਼ਟੀ ਬਣਾਈ ਹੈ ਨਾ, ਇਹ ਮਾਇਆ ਹੈ। ਪਰਮੇਸ਼ਰ ਦੀ ਸਾਜੀ ਹੋਈ ਸ੍ਰਿਸ਼ਟੀ ਇਹ ਮਾਇਆ ਹੈ, ਤੇ ਉਹ ਇਸ ਮਾਇਆ ਦੇ ਨਾਲ ਛਾਂ ਵਾਂਗੂ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਨੇ ਆਪਣੀ ਥਿੱਤੀ ਗੌੜੀ ਦੇ ਵਿੱਚ, ਵਾਰਾਂ ਦੇ ਵਿੱਚ ਕਿਹਾ ਕਿ ਦੁਤੀਆ ਦੋ ਕਰ ਜਾਣੇ ਅੰਗ। ਪਰਮੇਸ਼ਰ ਦੋ ਅੰਗਾਂ ਦੇ ਵਿੱਚ ਹੈ। ਦੁਤੀਆ ਦੂਜੀ ਤਿੱਥ ਵਿੱਚ ਕਹਿੰਦੇ ਹਨ ਕਿ ਪਰਮੇਸ਼ਰ ਦੇ ਦੋ ਰੂਪ ਹਨ। ਕਿਹੜੇ ਕਿਹੜੇ? ਦੁਤੀਆ ਦੋ ਕਰ ਜਾਣੇ ਅੰਗ, ਮਾਇਆ ਬ੍ਰਹਮ ਰਮੇ ਸਭ ਸੰਗ। ਮਾਇਆ ਤੇ ਬ੍ਰਹਮ ਇਹ ਦੋ ਰੂਪ ਹਨ। ਮਾਇਆ ਸਾਡਾ ਬਾਹਰਲੀ ਬਾਡੀ ਹੈ ਤੇ ਬ੍ਰਹਮ ਇਹਦੇ ਵਿੱਚ ਬੋਲਣ ਵਾਲਾ ਹੈ। ਜਿਵੇਂ ਤੁਸੀਂ ਬਾਹਰ ਕੱਪੜੇ ਪਹਿਨੇ ਹੈ, ਵਿੱਚ ਤੁਹਾਡਾ ਸਰੀਰ ਹੈ ਤੇ ਸਰੀਰ ਦੇ ਵਿੱਚ ਤੁਸੀਂ ਹੋ। ਇਸੇ ਤਰ੍ਹਾਂ ਪਰਮੇਸ਼ਰ ਜਿਹੜਾ ਹੈ ਉਹ ਇਹ ਸਰੀਰਾਂ ਰੂਪੀ ਮਾਇਆ ਦੇ ਵਿੱਚ ਆਪ ਹੀ ਛਾਂ ਵਾਂਗੂ ਰਹਿੰਦਾ ਹੈ। ਜਿਵੇਂ ਛਾਂ ਸਰੀਰ ਤੋਂ ਅਲੱਗ ਨਹੀਂ ਹੋ ਸਕਦੀ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ, ਛਾਂ ਕੱਟੀ ਨਹੀਂ ਜਾ ਸਕਦੀ, ਛਾਂ ਨੂੰ ਅੱਡ ਨਹੀਂ ਕੀਤਾ ਜਾ ਸਕਦਾ। ਉਸੇ ਤਰ੍ਹਾਂ ਹੀ ਪਰਮੇਸ਼ਰ ਜਿਹੜਾ ਇਸ ਮਾਇਆ ਦੇ ਨਾਲ ਛਾਂ ਦੀ ਤਰ੍ਹਾਂ ਵਰਤਦਾ ਹੈ। ਆਪੇ ਮੋਹ ਸਭ ਜਗਤੀ ਉਪਾਇਆ। ਆਪੇ ਗੁਣ ਦਾਤਾ ਗੁਣ ਗਾਵੇ। ਆਪੇ ਹੀ ਗੁਣਾਂ ਦਾ ਖਜ਼ਾਨਾ ਹੈ। ਆਪੇ ਹੀ ਗੁਣ ਦੇਣ ਵਾਲਾ ਹੈ। ਆਪੇ ਗੁਣ ਰਿਪੀਟ ਕਰਾਉਣ ਵਾਲਾ ਹੈ। ਗਾਉਣਾ ਮਤਲਬ ਰਿਪੀਟ ਕਰਨਾ। ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓੜ, ਨਿਆਸਰਿਆਂ ਦਾ ਆਸਰਾ। ਇਹ ਗੁਣ ਗੁਰੂ ਅਮਰਦਾਸ ਨੂੰ ਦਿੱਤੇ ਕਿਹਨੇ? ਗੁਰੂ ਅੰਗਦ ਦੇਵ ਜੀ ਨੇ। ਤੇ ਅੱਜ ਕਹਿ ਕੌਣ ਰਿਹਾ? ਗੁਰੂ ਅੰਗਦ ਦੇਵ ਆਪ ਹੀ। ਕਹੋ ਸਤਨਾਮ ਸੀ। ਇਹ ਵਡਿਆਈ ਵੀ ਤਾਂ ਗੁਰੂ ਅੰਗਦ ਦੇਵ ਜੀ ਨੇ ਬਖਸ਼ੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਜਿਸ ਵੇਲੇ ਉਹਨੂੰ ਗੁਰਤਾ ਗੱਦੀ ਦਿੰਦੇ ਹਨ, ਜਦੋਂ ਉਹਨਾਂ ਵਿੱਚ ਇਹ ਸਾਰੀਆਂ ਸ਼ਕਤੀਆਂ ਪਾਵਰਾਂ ਰਹਿੰਦੀਆਂ ਸਿੱਧੀਆਂ ਆ ਗਈਆਂ, ਤਾਂ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ
ਦਸਤਾਰ ਬੰਨ੍ਹਦੇ ਹੋਏ ਕਹਿ ਰਹੇ ਹਨ, ਤੂੰ ਤਾਂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਉਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ। ਆਪੇ ਗੁਣ ਦਾਤਾ ਗੁਣ ਗਾਵੇ, ਆਪੇ ਆਖ ਸੁਣਾਵਣਿਆ ਕੋ ਸਤਨਾਮ ਸ੍ਰੀ। ਆਪੇ ਗੁਣ ਦੇਣ ਵਾਲਾ ਹੈ, ਆਪੇ ਗੁਣ ਗਾਉਣ ਵਾਲਾ ਹੈ, ਆਪੇ ਕਹਿ ਕਹਿ ਕੇ ਸੁਣਾਉਣ ਵਾਲਾ ਹੈ। ਕਮਾਲ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਇਹ ਸ਼ਬਦ ਵਿੱਚ ਕਹਿ ਰਹੇ ਹਨ ਕਿ ਉਹ ਜੋਤੀ ਸਰੂਪ ਹੀ ਜੋਤ ਬਣ ਕੇ ਇਹਨਾਂ ਸਰੀਰਾਂ ਵਿੱਚ ਵਿਚਰ ਰਿਹਾ, ਉਹ ਅਲੱਗ ਨਹੀਂ ਹੈ। ਜੇ ਸਰੀਰ ਕਿਤਨੇ ਹਨ ਤੇ ਜੋਤਾਂ ਇਤਨੀਆਂ ਨਹੀਂ, ਜੋਤ ਇੱਕੋ ਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਇਸ ਤਰ੍ਹਾਂ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਆਪੇ ਗੁਣ ਦਾਤਾ ਗੁਣ ਗਾਵੇ। ਆਪਣੇ ਸ੍ਰਿਸ਼ਟੀ ਵਿੱਚ ਮੋਹ ਪੈਦਾ ਕਰਕੇ ਇਹਨਾਂ ਦੇ ਵਿੱਚੋਂ ਫਿਰ ਕਹਿੰਦੇ ਮਾਇਆ ਪੈਦਾ ਕੀਤੀ, ਮਾਇਆ ਦੇ ਨਾਲ ਬੱਚੇ ਪੈਦਾ ਹੋ ਗਏ, ਅੱਗੇ ਤੋਂ ਅੱਗੇ ਜਗਤ ਪੈਦਾ ਹੋ ਗਿਆ। ਜਗਤ ਵਿੱਚ ਬੈਠ ਕੇ ਗੁਣਾਂ ਦਾ ਖਜ਼ਾਨੇ ਨੇ ਗੁਣ ਭਰ ਦਿੱਤੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਔਗਣ ਹਾਰਿਆਂ ਵਿੱਚ ਗੁਣ ਭਰ ਦਿੰਦਾ ਹੈ। ਜਿਨ੍ਹਾਂ ਵਿੱਚ ਗੁਣ ਹੈ ਉਹਨਾਂ ਦੇ ਗੁਣਾਂ ਨੂੰ ਹੋਰ ਵਧਾ ਦਿੰਦਾ ਹੈ, ਉਹਦਾ ਸੁਭਾਅ ਹੈ। ਆਪੇ ਗੁਣ ਦਾਤਾ ਗੁਣ ਗਾਵੇ, ਆਪੇ ਆਖ ਸੁਣਾਵਣਿਆ, ਆਪੇ ਕਰੇ ਕਰਾਏ ਆਪੇ। ਭਾਈ ਮਰਦਾਨਾ ਜੀ ਗੁਰੂ ਪਿਆਰਿਓ, ਜਿਸ ਵੇਲੇ ਰਬਾਬ ਲੈ ਕੇ ਆਏ ਫਰੰਦੇ ਦੇ ਕੋਲੋਂ, ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਵਜਾ। ਮਰਦਾਨਾ ਕਹਿੰਦਾ ਮੈਨੂੰ ਤਾਂ ਵਜਾਉਣੀ ਨਹੀਂ ਆਉਂਦੀ, ਮੈਂ ਤਾਂ ਅੱਜ ਪਹਿਲੀ ਦਿਨ ਰਬਾਬ ਦੇਖੀ ਆ, ਮੈਂ ਤਾਂ ਕਦੇ ਰਬਾਬ ਚੱਕੀ ਨਹੀਂ ਸੀ। ਬਾਬਾ ਜੀ ਕਹਿੰਦੇ ਤੈਨੂੰ ਗੁਣ ਦਿੱਤਾ ਸੀ ਰਬਾਬ ਵਜਾਉਣ ਦਾ, ਉਹ ਕਿੱਥੇ ਆ? ਕਹਿੰਦਾ ਜੀ ਮੈਨੂੰ ਕੀ ਪਤਾ, ਜਿੱਥੇ ਰੱਖਿਆ ਹੋਵੇਗਾ ਤੁਹਾਨੂੰ ਪਤਾ ਹੈ। ਗੁਣ ਕਦੋਂ ਦਿੱਤਾ? ਜਦੋਂ ਧੰਨ ਗੁਰੂ ਨਾਨਕ ਦੇਵ ਜੀ ਦੀ ਰੋਪਣਾ ਪਈ, ਮੰਗਣੀ ਹੋਈ, ਠਾਕਾ ਹੋਇਆ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ, ਉਸ ਦਿਨ ਮਹਿਤਾ ਕਾਲੂ ਜੀ ਹੋਰਾਂ ਦੇ ਨਾਲ ਮਰਦਾਨਾ ਵੀ ਗਿਆ ਸੀ ਉਹ ਠਾਕੇ 'ਤੇ, ਉਹ ਮੰਗਣੀ 'ਤੇ, ਰੋਪਣਾ 'ਤੇ, ਰੋਕੇ 'ਤੇ। ਤੇ ਜਦੋਂ ਸਾਰਾ ਸਮਾਗਮ ਨਿਬੜ ਗਿਆ, ਕਈ ਦਿਨ ਉੱਥੇ ਰਹੇ, ਤੇ ਮਹਿਤਾ ਜੀ ਕਹਿਣ ਲੱਗੇ ਭਾਈਆ ਜੈਰਾਮ ਦੇ ਪਿਤਾ ਨੂੰ, ਕਹਿੰਦੇ ਚੰਗਾ ਭਾਈ ਸਾਹਿਬ ਹੁਣ ਚੱਲਦੇ ਆ, ਸਾਨੂੰ ਆਗਿਆ ਬਖਸ਼ੋ। ਤੇ ਮਰਦਾਨੇ ਨੇ ਵੇਖਿਆ ਵੀ ਅੱਜ ਤੁਰਨਗੇ ਵਾਪਸ, ਤੇ ਮਰਦਾਨਾ ਭੱਜਿਆ ਭੱਜਿਆ ਦੁਕਾਨ 'ਤੇ ਆ ਗਿਆ, ਮੋਦੀ ਖਾਨੇ 'ਤੇ ਆ ਗਿਆ। ਤੇ ਮੋਦੀ ਖਾਨੇ 'ਤੇ ਆ ਕਰਕੇ ਕਹਿਣ ਲੱਗਿਆ ਮਹਾਰਾਜ ਵਧਾਈਆਂ। ਬਾਬਾ ਨਾਨਕ ਕਹਿੰਦਾ ਵਧਾਈਆਂ ਤਾਂ ਠੀਕ ਆ, ਕਿਵੇਂ ਆ? ਕਹਿੰਦੇ ਵਧਾਈਆਂ ਦੇਣ ਦਾ ਮੰਨਣਾ, ਮਰਾਸੀ ਨੂੰ ਕੁਝ ਦਿਓ, ਮੈਂ ਤੁਹਾਡਾ ਮਰਾਸੀ ਹਾਂ, ਕੁਝ ਦਿਓ ਮੰਗਦਾ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨੇ ਆ ਬੋਲ ਕੀ ਦੇਵਾਂ, ਅੱਜ ਜੋ ਮੰਗੇਗਾ ਉਹੀ ਦੇਊਂਗਾ, ਕਹੋ ਸਤਨਾਮ ਸੀ। ਮਰਦਾਨਾ ਚੱਕਰ 'ਚ ਪੈ ਗਿਆ, ਮੈਂ ਹੁਣ ਕੀ ਮੰਗਾ? ਕਿਤੇ ਮੈਂ ਥੋੜ੍ਹਾ ਮੰਗਣਾ, ਇਹਨਾਂ ਨੇ ਬਾਹਲਾ ਦੇਣਾ ਹੋਵੇ। ਤੋ ਇਹ ਸੋਚ ਕੇ ਮਰਦਾਨਾ ਕਹਿੰਦਾ ਜੀ ਆਪੇ ਹੀ ਦੇ ਦਿਓ ਜੋ ਦੇਣਾ ਹੈ। ਬਾਬਾ ਜੀ ਕਹਿੰਦੇ ਜਿਹੜਾ ਮੈਂ ਤੈਨੂੰ ਦੇਣ ਲੱਗਿਆ ਨਾ, ਕਿਤੇ ਉਹ ਨਾ ਹੋਵੇ ਮਗਰੋਂ ਕਹਿ ਦੇ ਇਹ ਕੀ ਦਿੱਤਾ। ਕਹਿੰਦਾ ਨਹੀਂ, ਕਹਿੰਦਾ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਤੈਨੂੰ ਮੈਂ ਤਾਰ ਦਾ ਗੁਣ ਦਿੱਤਾ, ਰਬਾਬ ਨੂੰ ਵਜਾਉਣ ਦਾ ਗੁਣ ਦਿੱਤਾ, ਕਹੋ ਸਤਨਾਮ ਸ੍ਰੀ। ਕੀ ਪੜ੍ਹਿਆ ਆਪਾਂ? ਆਪੇ ਕਰੇ ਕਰਾਏ ਆਪੇ, ਆਪੇ ਥਾਪ ਉਥਾਪੇ ਆਪੇ। ਉਹ ਕਹਿੰਦਾ ਜੀ ਸਤ ਬਚਨ। ਹੁਣ ਬਾਬੇ ਨੇ ਜਿਹੜੀ ਬਖਸ਼ਿਸ਼ ਕੀਤੀ ਮਰਦਾਨੇ 'ਤੇ, ਇਹ ਰਬਾਬ ਨੂੰ ਵਜਾਉਣ ਦੀ ਕਲਾ ਮਰਦਾਨੇ ਦੇ ਅੰਦਰ ਟਿਕ ਗਈ। ਉਹ ਗੁਣ ਮਰਦਾਨੇ ਦੇ ਹਿਰਦੇ ਵਿੱਚ ਬੈਠ ਗਿਆ। ਜਾਂ ਬੈਠਾ ਕਾਫੀ ਸਮਾਂ ਬਤੀਤ ਹੋ ਗਿਆ। ਉਸ ਤੋਂ ਬਾਅਦ ਮੰਗਣੀ ਤੋਂ ਬਾਅਦ ਵਿਆਹ ਵੀ ਹੋਇਆ, ਬੱਚੇ ਵੀ ਹੋਏ, ਮੋਦੀ ਖਾਨਾ ਵੀ ਚਲਾਇਆ। ਅੱਜ ਜਦੋਂ ਮੋਦੀ ਖਾਨਾ ਛੱਡ ਛਡਾ ਕੇ ਬਾਬਾ ਨਾਨਕ ਜੰਗਲਾਂ ਵਿੱਚ ਜਾ ਬੈਠਾ, ਉਦੋਂ ਮਰਦਾਨਾ ਪਤਾ ਲੈਣ ਭੇਜਿਆ ਮਹਿਤਾ ਕਾਲੂ ਨੇ ਵੀ ਪਤਾ ਕਰ, ਮੈਂ ਸੁਣਿਆ ਨਾਨਕ ਨੇ ਮੋਦੀ ਖਾਨਾ ਵੀ ਛੱਡ ਦਿੱਤਾ ਹੈ, ਕਹੋ ਸਤਨਾਮ ਸ੍ਰੀ। ਬਾਬਾ ਜੀ ਕਹਿੰਦੇ ਮਰਦਾਨਿਆ ਰਬਾਬ ਲੱਭ ਕੇ ਲਿਆ। ਰਬਾਬ ਲੱਭ ਲਿਆਇਆ ਤਾਂ ਕਹਿਣ ਲੱਗੇ ਮਰਦਾਨਿਆ ਵਜਾ ਇਹਨੂੰ। ਕਹਿੰਦਾ ਮੈਨੂੰ ਵਜਾਉਣੀ ਨਹੀਂ ਆਉਂਦੀ। ਬਾਬਾ ਜੀ ਕਹਿੰਦੇ ਮੈਂ ਤੈਨੂੰ ਗੁਣ ਦਿੱਤਾ ਸੀ ਰਬਾਬ ਵਜਾਉਣ ਦਾ, ਉਹ ਕਿੱਥੇ ਆ?
कहना पता नहीं जिथे रखे उत्थे पिया होना। कहो सतनाम। कहते चंगा फिर उत्थे पिया होना है। उंगल मार इस ते। वो रबाब जिमें सरंदा हुंदा है, इन्हां कोले गाउण वास्ते सारंगी हुंदी है, ढाडियां कोले इदां दा साज हुंदे ने, मोढे नाल ला के गाया जांदा। भाई मरदाना जी उहदियां तारां जियां ढिल्लियां कसियां करन लगे, टूटियां जियां मरोड़न लगे उहदियां। बाबा जी कहते छेड़ना, ये आपे ही सैट हो जूगी, तू उंगल मार बस इस ते। वो गुण भी तेरे विच हैगा, आपे करे कराए आपे। ये सारा बाबे नानक ने आपे ही काम किया, किते मरदाने तो, किते बाले तो, किते साडे तो करवा रहा। कहो सतनाम श्री। तो भाई मरदाना जी ने रबाब ते जद उंगल मारी ते रबाब दे विचों आवाज़ निकली, तू ही निरंकार, तू ही निरंकार, धन नानक एक तू ही निरंकार। जब ऐसिया आवाज़ां निकलियां, कहते दरख्तां दे विचों रसा च आउण लग पिया। भजदे हुए पंछी भी मोहित हो गए, खड़ गए, सुनन लगे। वगदा पानी भी खड़ गया। धन गुरु नानक देव जी का ध्यान जुड़ गया, समाधि जुड़ गई। भाई मरदाना कुछ चिर तां बजाउंदा रहा, मुड़ के उन्हें बंद करती, बह गया। और उड़ीकन लग्या कि कदों बाबा नानक अखां खोले तो मैं जावां। सवेर दा बैठा शामां हो गईयां, शामां दा बैठा सारी रात टप गई, दिन चढ़ गया, दूजा दिन सारा टप गया, तीजी रात टप गई, तीजा दिन आ गया बैठे नूं। बाबे ने समाधि नहीं खोली 3 दिन। ते मरदाना बेचारा ना तो जान जोगा ना बैठन जोगा। भुख लगती है, नेड़े पानी वगदा खाल च, उथों आड़ तो पानी पी आउंदा, आके फिर बह जांदा कोले। अखां खोले तो मैं गल करां कोई इहदे नाल। हुण ਉਹ ਨਾਲੇ नेत्र ना खोले, तीजे दिन नेत्र खोले। तीजे दिन अखां खोल के कहने की हाल है मरदानिया? कहते हुण पुछ लिओ हाल, भुखा मर गया, परसों दे बैठे आ, तुसीं तां मुड़ के अखां ही नहीं खोलियां। कहो सतनाम सी। मरदानिया साडे नाल तां ही टपाउणी पैणी आ, कदे मिल गई कदे ना मिल गई। महाराज आपां तां नहीं कट्टियां जाणीआं, आपां तां चलदे आ तुहाडे बापू कोले। कहते चंगा खाना पीना ते बापू कोले वग जा, मेरे नाल तां ही रहना पैना। कहने मरदाना इन्नी गल कह के घरे आ गया बेबे नानकी कोल। पातशाह कहते चंगा वग जा। ते आ रबाब, कहते रबाब घरे रख जी नानकी कोले, मैं की करनी है, बजाउणी तां तूं सी, ये तू चलिया। घरे रबाब रखन आया तो बेबे नानक कहती वीरे तू? कहना मैं तो पिंड जाना। क्यों? कहना आपा तो नहीं कट्टिया जाता, नानक दा समाधि ला के बहना 3-3 दिन अखां नहीं खोलदा, मैनूं तां भुख लगदी है, मैं नहीं रह सकदा। बेबे नानक कहनी कोई नहीं वीर तू जा ना, आ फड़ 20 रुपये, जे किते दूर गए हो तो इन्हां पैसा ना रोटी खा लिया करो, जे नेड़े होवे तो घरे रोटी खा जाया कर। आ एक नवा चोला तैनूं मैं दिन्नी आ पाउण नूं। वो चोला पाया, मरदाने ने चक के रबाब फिर वापस आ गया बाबे नानक कोल। बाबा जी कहते गया नहीं गा। कहना मैं की करा, भैन रोन लग पई, कहनी नहीं जाना गा, नाले मैनूं आ 20 रुपये दिते आ। कहनी जे दूर जाओ तो पैसों नाल रोटी खा लिया करी। बाबा कहना मरदाने आए की कीता तू? भैन ते बोझ पा के आ गया तू। पहला उन्होंने अपने 2 पुत्र संभालने पै रहे हैं, श्री चंद लक्ष्मी दास वर्गे। को सतनाम। ते हुण तू पैसे फड़ ले, चल पैसे मोड़ के आइए। तो 20 रुपये मोड़न आए तो उस तो बाद भैन तो आग्या लेके पातशाह जी उदासियां ते निकलते है। भैन कहनी कोई गल नहीं, मैं प्यार च दिते आ। पातशाह कहते प्यार च देनी है तो आशीर्वाद दे, साडी रब नूं बांह फड़ा दे, असी देश देखना, यात्रा करनी है। पैसे तो ये उत्थे जाते मुक जाएंगे, फिर किसी तो मंगेगा, फिर ये मंगता बन जूगा, फिर कोई दे दूगा, फिर वो तो मंग ले, वो तो मंग ले। ये माया तो साडे काम नहीं आने वाली। तेरा आशीर्वाद वड्डिया, तू वड्डी भैन आ, तेरा आशीर्वाद साडे काम आ सकता है। तू सानू आशीर्वाद दे कि साडी रब बांह फड़ लवे, असी यात्रा करनी है, देश देखना है। इस करके वो परमेश्वर आप ही नानक बन के ते दूजे पासे मरदाना बन के आप दी सिफत आप ही करी जांदा है। आपे करे कराए आपे, आपे थापे उथापे आपे, ओ थापण वाला भी आप है। किसे वेले बाबर दे रूप च वर दिंदा है, जा तेरियां 7 कुलां दा राज बख्शिया।
ਤੇ ਜਦੋਂ ਉਹਨਾਂ ਦੇ ਰਾਜ ਵਿੱਚ ਜ਼ੁਲਮ ਆ ਜਾਂਦਾ ਤੇ 10ਵੇਂ ਜਾਮੇ ਵਿੱਚ ਪੱਟ ਕੇ ਘਾਹੀ ਦਾ ਪੌਦਾ ਸੁਣ ਕੇ ਸਾਹਿਬਜ਼ਾਦਿਆਂ ਦੀ ਸਾਰੀ ਵਾਰਤਾ ਮਾਰ ਕੇ ਮੋਢਾ ਘਾਹੀ ਦੇ ਪੌਦੇ ਨੂੰ ਕਹਿੰਦਾ ਮੁਗਲਾਂ ਦੀ ਜੜ ਗਈ। ਕਹੋ ਸਤਨਾਮ। ਇਹ ਵੀ ਸਾਰਾ ਕੁਝ ਆਪ ਹੀ ਕਰ ਰਿਹਾ। ਆਪੇ ਥਾਪਿਓ ਥਾਪੇ ਆਪੇ ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ ਤੇ ਸਾਨੂੰ ਕੰਮ ਧੰਦੇ ਵੀ ਉਹਨੇ ਲਾਇਆ ਹੋਇਆ। ਕਹੋ ਸਤਨਾਮ। ਕਿਸੇ ਨੂੰ ਕਿਸੇ ਕੰਮ ਲਾਇਆ, ਕਿਸੇ ਨੂੰ ਕਿਸੇ ਕੰਮ ਲਾਇਆ। ਆਪੇ ਕਾਰੇ ਲਾਵਣਿਆ ਆਪੇ ਮਾਰੇ ਆਪ ਜਿਵਾਏ, ਉਹ ਸਾਨੂੰ ਮਾਰਨ ਵਾਲਾ ਵੀ ਆਪ ਹੈ। ਸ਼ਿਵ ਜੀ ਦੇ ਰੂਪ 'ਚ ਵੀ ਉਹ ਆਪ ਹੈ। ਸ਼ਿਵ ਜਿਹੜਾ ਉਹ ਪਰਮੇਸ਼ਰ ਹੈ। ਪਰਮੇਸ਼ਰ ਨੂੰ ਕਹਿੰਦੇ ਨੇ ਵਾਹ ਮਹਾਰਾਜ ਆ ਦੇਖ ਲੈ ਤੈਨੂੰ ਮਹਾਦੇਵ ਬਣਾਈ ਜਾਂਦੇ ਆ, ਤੂੰ ਮਹਾਦੇਵ ਥੋੜ੍ਹਾ ਹੀ ਹੈ। ਇਹ ਮਹਾਦੇਵ ਵਿਸ਼ਨੂੰ ਬਰਮਾ ਇਹ ਤਾਂ ਤੇਰੇ ਕਰਿੰਦੇ ਆ, ਇਹਨਾਂ ਨੂੰ ਤੂੰ ਪੈਦਾ ਕਰਕੇ ਕੰਮ ਤੇ ਲਾਏ ਹੋਏ ਆ, ਤੂੰ ਤਾਂ ਹੁਕਮ ਦਿੰਦਾ ਇਹਨਾਂ ਨੂੰ। ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਹਿਨ ਪਹਿਨ ਤੋਏ ਤੇਤੀ, ਤੁਮਰਾ ਲੱਖਾ न जाए पसारा केह बिद सजा प्रथम संसार। महादेव को कहत सदा शिव निरंकार का चीनत नह पिव। इन्हों ਨੂੰ ਪਤਾ ਹੀ ਨਹੀਂ ਰੱਬ ਹੈ ਕੀ ਚੀਜ਼। ਇਹ ਬਰਮਾ ਵਿਸ਼ਨੂੰ ਮਹੇਸ਼ ਵਰਗਿਆਂ ਨੂੰ ਰੱਬ ਕਹੀ ਜਾਂਦੇ ਆ। ਹਿੰਦੂ ਮਤ ਵਿੱਚ 3 ਦੇਵਤੇ, ਇਹ 3 ਰੱਬ ਮੰਨੇ ਗਏ ਆ। ਬਾਬਾ ਕਹਿੰਦਾ ਇੱਕ ਹੈ, 3 ਨਹੀਂ ਹੈਗੇ। ਕਹੋ ਸਤਨਾਮ। ਸ੍ਰਿਸ਼ਟੀ ਦਾ ਕਰਤਾ ਮਾਲਕ ਇੱਕ ਹੈ, ਚਲਾਉਣ ਵਾਲਾ। ਆਪੇ ਮਾਰੇ ਆਪ ਜਿਵਾਏ, ਮਾਰਨ ਵਾਲਾ ਵੀ ਉਹ ਹੈ, ਜਿਵਾਉਣ ਵਾਲਾ ਵੀ ਉਹ ਹੈ। ਜੀਵਾਨ ਦੇ 2 ਅਰਥ ਹੈ। ਜੀਵਾਨ ਦਾ ਦੂਜਾ ਅਰਥ ਮਾਰਵਾੜ ਦਾ ਹੈ ਕਿਸੇ ਨੂੰ ਭੋਜਨ ਖਵਾਉਣਾ, ਤੇ ਭੋਜਨ ਸਾਡਾ ਜੀਵਨ ਹੈ। ਇਸ ਕਰਕੇ ਜੀਵਨ ਦੇਣ ਵਾਲਾ ਵੀ ਉਹ ਹੈ, ਮਾਰਨ ਵਾਲਾ ਵੀ ਉਹ ਹੈ। ਆਪੇ ਮੇਲੇ ਮੇਲ ਮਿਲਾਏ, ਮਿਲਾਉਣ ਵਾਲਾ ਵੀ ਉਹ ਹੈ, ਵਿਛੋੜਨ ਵਾਲਾ ਵੀ ਉਹ ਹੈ। ਸੇਵਾ ਤੇ ਸਦਾ ਸੁਖ ਪਾਇਆ, ਜਿਨ੍ਹਾਂ ਨੇ ਸੇਵਾ ਕੀਤੀ ਉਹਦੇ ਨਾਲ ਜੁੜ ਕਰਕੇ ਉਹਨਾਂ ਨੂੰ ਸੁਖ ਪ੍ਰਾਪਤ ਹੋਇਆ। ਆਪੇ ਸੇਵਾ ਲਾਈ ਹਨ। ਗੁਰੂ ਸਾਹਿਬ ਸੇਵਾ ਲਾਉਂਦੇ ਆ। ਆਪਾਂ ਕੋਈ ਅਰਦਾਸ ਕਰਾਉਣੇ ਆ, ਕਿਸੇ ਮਹਾਂਪੁਰਸ਼ ਨੂੰ ਬੇਨਤੀ ਕਰਦੇ ਆ ਜੀ ਅਰਦਾਸ ਕਰਨੀ ਆ, ਸਾਡਾ ਕਾਰਜ ਨਹੀਂ ਹੋ ਰਿਹਾ, ਗ੍ਰੰਥੀ ਸਿੰਘ ਨੂੰ ਅਰਦਾਸ ਕਰਨ ਵਾਸਤੇ ਬੇਨਤੀ ਕਰਦੇ ਆ, ਤਾਂ ਅੱਗੋਂ ਫਿਰ ਬਚਨ ਕੀਤਾ ਜਾਂਦਾ ਵੀ ਤੂੰ ਇਹਦੇ ਬਦਲੇ ਸੇਵਾ ਕੀ ਕਰੇਗਾ। ਫਿਰ ਸੇਵਾ ਲਾਈ ਜਾਂਦੀ ਆ। ਤੋ ਸੇਵਾ ਇੱਕ ਬਹਾਨਾ ਹੁੰਦਾ, ਸੇਵਾ ਦੇ ਬਦਲੇ ਸਾਡਾ ਕਾਰਜ ਹੁੰਦਾ ਹੈ। ਆਪੇ ਸੇਵਾ ਲਾਈਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਤੋ ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ। ਇਉਂ ਸੇਵਾ ਕਰਦੇ ਕਰਦੇ ਸੁਖ ਪ੍ਰਾਪਤ ਹੁੰਦਾ ਹੈ, ਸਹਿਜ ਅਵਸਥਾ ਪ੍ਰਾਪਤ ਹੁੰਦੀ ਆ। ਤੇ ਜਪਦੇ ਜਪਦੇ ਉਹਦੇ ਵਿੱਚ ਸਮਾ ਜਾਂਦੇ ਆ। ਆਪੇ ਉੱਚਾ ਉੱਚੋ ਹੋਈ, ਉਹ ਆਪ ਉੱਚਾ ਹੈ। ਜਿਹੜੇ ਉਹਦੇ ਨਾਲ ਜੁੜ ਗਏ ਉਹ ਵੀ ਉੱਚੇ ਹੋ ਗਏ। ਸੱਚੋਂ ਉਰੇ ਸਭ ਕੋ, ਸਾਰੀ ਦੁਨੀਆ ਸੱਚ ਤੋਂ ਥੱਲੇ ਆ। ਤੇ ਸਿੱਖ ਨੇ ਪੁੱਛਿਆ ਮਹਾਰਾਜ ਸੱਚ ਤੋਂ ਉੱਚੇ ਕੌਣ ਆ? ਤੇ ਕਹਿੰਦੇ ਸੱਚ ਤੋਂ ਉੱਤੇ ਆ ਜਿਨ੍ਹਾਂ ਨੇ ਸੱਚ ਨੂੰ ਧਾਰਨ ਕਰ ਲਿਆ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਜਿਨ੍ਹਾਂ ਦੇ ਜੀਵਨ ਵਿੱਚ ਚਾਲ ਚੱਲਣ ਵਿੱਚ ਸੱਚ ਆ ਗਿਆ, ਉਹ ਸੱਚ ਤੋਂ ਉੱਤੇ ਹੋ ਗਏ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ ਉਹ ਗੁਰੂ ਦੇ ਰੂਪ ਹੋ ਗਏ। ਜਿਵੇਂ 5 ਪਿਆਰਿਆਂ ਨੂੰ ਕਹਿੰਦੇ ਹਨ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करो निवास। रह नहीं रहे सोई सिख मेरा, सो सह मैं तिसका चेहरा। रहत बिना ना सिख कहावे, रहत बिना दर चोटा खावे। हाँ प्रीतम जी कहते वो आप उच्चा है, मैं नीवी मेरा मुर्शद उच्चा। असी उच्चियां दे नाल लाई, सड़ के जावां इन्हां उच्चियां तो जिन्हां नीवियां नाल निभाई। नीचा अंदर नीच जात, नीची हुअत नीच, नानक तिनके संग साथ। परमेश्वर तो गरीबां दे नाल है, निमाणियां दे नाल है, निताणियां दे नाल है। जिन्हों ये मान है कि मैं कर लूँगा, उन्होंने कहना चंगा तू आपे कर ला, मेरी तो लोड़ ही नहीं। कहो सतनाम। ਜਿਹੜਾ ਕਹਿੰਦਾ ਜੀ ਮੈਥੋਂ ਹੁੰਦਾ ਨਹੀਂ, ਉਹਨਾਂ ਦਾ ਕਰ ਦਿੰਦਾ। ਇਸ ਕਰਕੇ ਪ੍ਰੀਤਮ ਜੀ ਆਖਰੀ ਪਦੇ ਵਿੱਚ ਕਹਿੰਦੇ ਆਪੇ ਉੱਚਾ ਉੱਚੋ ਹੋਈ, ਜਿਸੇ ਆ ਵਿਖਾਲੇ ਸੋ ਵੇਖੈ ਕੋਈ। ਜਿਹਨੂੰ ਆਪਣੇ ਬਾਰੇ ਜਨਾ ਦਿੰਦਾ, ਭਗਤਾਂ ਨੂੰ ਵਿਖਾਤਾ, ਨਾਮਦੇਵ ਨੂੰ ਦਰਸ਼ਨ ਦਿੱਤੇ, ਨਾਮੇ ਦੇਖ ਨਰਾਇਣ ਹੱਸੇ। ਜੇ ਦੁੱਧ ਦਾ ਕਟੋਰਾ ਭਰ ਕੇ ਸਾਹਮਣੇ ਧਰਿਆ ਨਾ, ਕ੍ਰਿਸ਼ਨ ਦੀ ਮੂਰਤੀ ਬਣੀ ਹੈ। ਪਹਿਲੀ ਵਾਰ ਨਾਮਦੇਵ ਜੀ ਨੂੰ ਉਹਦਾ ਬਾਪੂ ਕਹਿੰਦਾ ਪੁੱਤ ਮੈਂ ਚੱਲਿਆ ਘਰਾਂ, ਤੇ ਤੂੰ ਮੰਦਰ ਵਿੱਚ ਠਾਕਰਾਂ ਨੂੰ ਭੋਗ ਲਵਾਇਆ ਹੀ। ਕਹਿੰਦਾ ਚੰਗਾ।
कपल गाए नामे दोहयानी, दूध कटोरा गड़बे पानी। पहुंच गया मंदिर विच। हुण बच्चों नूं की पता सीगा, बचपन जिवें मैं पीना उवें ही पींदा होवेगा। कहो सतनाम श्री। ते भर के कटोरा दुध दा, पानी दा कटोरा सामने धाटा, दूध पियो गोबिंदा राय, दूध पियो। मेरा मनपति आए, 2 मिनट बैठा भी पी लैणगे, पर कोई हल चलना होई। कहना गल की हो गई, मेरे बापू तो रोज पीना, मैथों क्यों नहीं पींदा। कहो सतनाम श्री। दूध पियो गोबिंदा राय, दूध पियो मेरे मनपति आए। जे तू अज ना भोग लाया, ना पीता, तो कल नूं मेरा बापू मैनू लड़ूगा। नहीं तो घर को बापर साहब भी तू पिया के नहीं आया। जिहदा कुदरती उदन पंडित हुंदा फिर चक के बाल्टी च पा लेंदा, पर परमेश्वर ने ऐसा ढो ढोआया, कुदरती पंडित भी किधरे चलिया गया मंदिर चो, कल्ला ही भगत है ते परमेश्वर का स्वरूप कृष्ण की मूर्ति है मंदिर विच। दूध पियो गोबिंदा राय, दूध पियो मेरे मनपति आए, नहीं तो घर को बापर साए। जो बाबा चिर लग गया, मिनटां ले लड़ियां कढ़ियां, भगत जी ने बैठ के भोले भाए मिले, रघुराया वाली घटना घटी ते परमेश्वर नूं आउणा पिया। ना मैं देख नारायण हसे, एक भगत मेरे हिरदे वसे। मैनू प्रेम चंगा लगता, भगती चंगी लगती है। साच कहो सुन लिहो, सब है जिन प्रेम कियो तिन ही प्रभ पायो। एक भगत मेरे हिरदे वसे, नामे देख नारायण हसे। ते नाले वो बाटे वाला दुध पी लिया अज। कहो सतनाम संजी बची। पर भगती जी नूं अज जिहड़े दर्शन होए ना, जिस आप विखेलै सो वेखै कोई, नानक नाम बसे कट अंतर, आपे वेख विखालणिया। ये ऐसा पहली बार दर्शन होया बचपन विच, फिर सारी उम्र ही दर्शन हुंदे रहे। कहो सतन पढ़दा खुल गया ना, घोंडी चक लिया परमेश्वर ने भगत के सामने, पढ़दा ही चकता, भगत नूं आपदा रूप बना लिया। फिर तो जिथे वेखते आ, कुत्ते विच भी, घोड़ी विच भी, थानेदार विच भी, अग विच भी, हर थां ते उही दिखाई दिंदा। कहो सतनाम श्री। प्रीतम जी कहते, ना मैं देख नारायण हसे, एक भगत मेरा हिरदय वसे। दूध पयाए भगत घर गया, नामे हर का दर्शन पहया। आपे ऊंचा ऊंचो होई, जिस आप बखाले सो वेखै कोई, नानक नाम वसै कट अंतर, आपे वेख विखालणिया। इहो परमेश्वर जिन्हां ते किरपा करदा, उन्हां नूं अपने आपे दी सोझी दे दिंदा, अपने आपे दे विचों ही फिर उहदे दर्शन भी हो जांदे आ। खैर विचारा इत्थे रोकदे आ। अगला शब्द इसे विषय नाल जोड़ते हुए धन गुरु अमरदास जी की कहते, माज महला तीजा, मेरा प्रा भरपूर रहा सब थाई। जिन्हें एक बारी वेख लिया, उन्होंने हर थां ते विखाई दिता। घट घट मैं हरजू बसे, गुर प्रसादी घर ही मैं पाई। पर उन्होंने पाउण वास्ते जंगलों भी जाण की लोड़ नहीं, घरे बैठ के भी पा सकदा। सदा सरेवी हमेशा सेवा करिया कर, एक मन ध्याई एक मन सिमरिया कर। गुरमुख सच समावनिया, इहो उहदे विच मिल जावेगा। ये शब्द के विचार आपां कल नूं सरवण करांगे। हुण इत्थे रोकण दी आग्या बख्शो जी। बोलदे अनेकां अखर बाद घाट हो जाते, सिख संगतां दे सतगुरु बख्शण जोग है, बख्श लैना। समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह। वाहिगुरू।